कल जुग बाबे तारिया, कल जुग बाबे तारिया, कल जुग बाबे तारिया। वाहे गुरु हम अवगण भले, एक गुण नाहि अमृत छाड़ बिखे बिख खाहे। माया मोह भरम भय भूले, सुत दारा स्यो प्रीत लगाई। एक उत्तम पंथ सुण्यो गुर संगत, तह मिलत जम त्रास मिटाई। एक अरदास पाठ की रत की, गुरु रामदास राखो शरणाई। धन धन रामदास गुर, धन धन रामदास गुर, धन धन रामदास गुर, धन धन रामदास गुर। जिन सिरया तिन सवारिया, जिन सिरया तिन सवारिया। धन धन रामदास गुर, धन धन रामदास गुर, धन धन रामदास गुर, धन धन रामदास गुर। पूरी हुई करामात आप सिरजन हार तारिया। पूरी हुई करामात आप सिरजन हार तारिया। सिखी अते संगति पार ब्रह्म कर नमस्कारिया। पार ब्रह्म कर नमस्कारिया, पार ब्रह्म कर नमस्कारिया। धन धन रामदास गुर, धन धन रामदास गुर, धन धन रामदास गुर, धन धन रामदास गुर। जिन सिरया तिन सवारिया,
ਸਮੁੱਚੇ ਨਾਨਕ ਨਾਮ ਲੇਵਾ ਜਗਤ ਦਾ ਸਾਂਝਾ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਕਲ ਯੁਗ ਬਾਬੇ ਤਾਰਿਆ, ਕਲ ਯੁਗ ਬਾਬੇ ਤਾਰਿਆ, ਕਲ ਯੁਗ ਬਾਬੇ ਤਾਰਿਆ। ਇਸ ਵਿੱਚ ਨਿੱਘਾ ਸਵਾਗਤ ਹੈ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ ਹੈ, ਜਿਸ ਦੇ ਸੰਬੰਧ ਵਿੱਚ ਸਤਿਗੁਰਾਂ ਦੇ ਜੀਵਨ ਇਤਿਹਾਸ ਨੂੰ ਸਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਸਟੂਡੀਓ ਵਿੱਚ ਆਏ ਹਨ ਸਿੱਖ ਪੰਥ ਦੇ ਪ੍ਰਸਿੱਧ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ। ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸਤਿਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਤੋਂ ਲੈ ਕੇ ਗੁਰਤਾ ਗੱਦੀ ਤੱਕ ਦੇ ਇਤਿਹਾਸ ਨੂੰ ਸਰਵਣੀ ਕਰਨ ਦੇ ਨਾਲ ਨਾਲ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਕੀਰਤਨ ਦਾ ਵੀ ਆਨੰਦ ਮਾਣਾਂਗੇ। ਆਓ ਭਾਈ ਸਾਹਿਬ ਹੋਣਾ ਨੂੰ ਜੀ ਆਇਆਂ ਕਹੀਏ ਤੇ ਗੁਰੂ ਫਤਿਹ ਦੀ ਸਾਂਝ ਪਾਈਏ। ਸੋ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪਵਿੱਤਰ ਦਿਹਾੜੇ ਤੇ ਸਟੂਡੀਓ ਵਿੱਚ ਆਏ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਆਪਣੀਆਂ ਗੱਲਾਂ ਦੇ ਵਿੱਚ ਜ਼ਿਆਦਾ ਸਮਾਂ ਨਾ ਗਵਾਉਂਦਿਆਂ ਹੋਇਆਂ ਤੁਹਾਡੇ ਕੋਲੋਂ ਹੀ ਵੱਧ ਤੋਂ ਵੱਧ ਜਾਣਨ ਦਾ ਲਾਹਾ ਪ੍ਰਾਪਤ ਕਰਾਂਗਾ। ਸੋ ਭਾਈ ਸਾਹਿਬ ਜੀ, ਆਪ ਜੀ ਨੇ ਬੜੀ ਹੀ ਸੁਰੀਲੀ ਆਵਾਜ਼ ਦੇ ਵਿੱਚ ਅੰਮ੍ਰਿਤ ਬਾਣੀ ਦਾ ਸ਼ਬਦ ਸਾਨੂੰ ਸਰਵਣੀ ਕਰਾਇਆ। ਅਸੀਂ ਜਾਣਨ ਲਈ ਇਹ ਆਪ ਜੀ ਦੇ ਸਾਹਮਣੇ ਬੇਨਤੀ ਕਰਦੇ ਹਾਂ ਕਿ ਇਹ ਸ਼ਬਦ ਕਿਸ ਗੁਰੂ ਦੀ ਰਚਨਾ ਹੈ ਤੇ ਇਸ ਸ਼ਬਦ ਦੇ ਭਾਵ ਅਰਥ ਕੀ ਨੇ। ਕਿਰਪਾ ਕਰਕੇ ਸਾਨੂੰ ਵਿਸਥਾਰ ਦੇ ਵਿੱਚ ਸਮਝਾਉਣਾ ਕਰੋ ਜੀ। ਸਭ ਤੋਂ ਪਹਿਲਾਂ ਸਾਂਝਾ ਟੀਵੀ ਦੇਖ ਰਹੇ ਸਾਰੇ ਸਰੋਤੇ, ਮੈਂ ਆਪ ਸਭਨਾਂ ਨਾਲ ਫਤਿਹ ਸਾਂਝੀ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸ਼ਬਦ ਸਰਵਣ ਕਰ ਰਹੇ ਸੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇਹ ਪੌੜੀ ਜਿਹੜੀ ਹੈ ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਸਤਿਗੁਰੂ ਜੀ ਦੀ ਉਪਮਾ ਦੇ ਵਿੱਚ ਉਹਨਾਂ ਦੀ ਉਸਤਤ ਦੇ ਵਿੱਚ ਉਚਾਰੀ। ਉਹਨਾਂ ਦੀ ਉਸਤਤ ਨੂੰ ਬਿਆਨ ਕਰਦੇ ਹੋਏ ਕਿ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਿਹੜੇ ਆਪ ਨਿਰੰਕਾਰ ਦੀ ਜੋਤ ਇਸ ਜਗਤ ਦੇ ਵਿੱਚ ਆਏ। ਉਹਨਾਂ ਨੇ ਇਸ ਜਗਤ ਦੇ ਵਿੱਚ ਆ ਕੇ ਇਸ ਕਲਯੁਗ ਜੀਵਾਂ ਨੂੰ ਤਾਰਿਆ ਤੇ ਇਹਨਾਂ ਦੀ ਉਸਤਤ ਦੇ ਵਿੱਚ ਸ਼ਬਦ ਜਿਹੜਾ ਹੈ ਗਾਇਨ ਕੀਤਾ ਗਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਜਦੋਂ ਉਸ ਅਕਾਲ ਪੁਰਖ ਦੀ ਜਿਹੜੀ ਕਰਾਮਾਤ ਹੈ, ਕਰਾਮਾਤ ਕੋਈ ਵੀ ਹੈ, ਕਿਸੇ ਵੀ ਅਸੀਂ ਗੱਲ ਕਰਦੇ ਕਿ ਇਹ ਕਰਾਮਾਤ ਹੋਈ ਹੈ, ਇਹ ਵੀ ਸਤਿਗੁਰੂ ਜੀ ਦੀ ਜਦੋਂ ਪੂਰੀ ਹੋਈ ਕਰਾਮਾਤ, ਸਤਿਗੁਰੂ ਜੀ ਦੀ ਕਰਾਮਾਤ ਪੂਰੀ ਹੋਈ, ਆਪ ਸਿਰਜਣਹਾਰੈ ਧਾਰਿਆ। ਆਪ ਸਤਿਗੁਰੂ ਜੀ ਨੇ ਕਲਾ ਵਰਤਾਈ ਤੇ ਆਪ ਉਸ ਦੇ ਵਿੱਚ ਆ ਕੇ ਵਸੇ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਠਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾਵਾਰਿਆ। ਉਸ ਸਤਿਗੁਰੂ ਜੀ ਦਾ ਅੰਤ ਜਿਹੜਾ ਆ ਉਹ ਪਾਰਾਵਾਰ ਨਹੀਂ ਕੀਤਾ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ, ਜਿਹਨੂੰ ਤਿਉ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਜਿਨ੍ਹਾਂ ਨੇ ਉਸ ਪਰਮਾਤਮਾ ਜੀ ਨੂੰ ਸੇਵਿਆ, ਤਿਨਾਂ ਦੀ ਮਹਿਮਾ ਗਾਈ, ਸਤਿਗੁਰੂ ਜੀ ਨੇ ਉਹਨਾਂ ਨੂੰ ਪਾਰ ਉਤਾਰ ਕਰ ਦਿੱਤਾ, ਉਹਨਾਂ ਨੂੰ ਜਨਮ ਮਰਨਾਂ ਦੇ ਗੇੜ 'ਚੋਂ ਮੁਕਤ ਕਰ ਦਿੱਤਾ। ਅਸੀਂ ਅਕਸਰ ਇਹ ਬਾਣੀ ਪੜ੍ਹਦੇ ਹਾਂ, ਭੁੱਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਸੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਗਰੀਬ ਨਿਵਾਜ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਡੇ 'ਤੇ ਤਰਸ ਕਰਕੇ ਰਹਿਮਤ ਕੀਤੀ ਹੈ, ਸਾਨੂੰ ਕਲਯੁਗੀ ਜੀਵਾਂ ਨੂੰ
ਗੁਰਬਾਣੀ ਦੇ ਉਪਦੇਸ਼ ਦੇ ਕੇ ਸਾਡਾ ਜਿਹੜਾ ਮਨੁੱਖੀ ਜਾਮਾ ਹੈ ਜਾਂ ਜੀਵਨ ਹੈ ਇਹਨੂੰ ਸਫਲਾ ਕੀਤਾ ਹੈ ਜੀ। ਭਾਈ ਸਾਹਿਬ ਜੀ, ਸਤਿਗੁਰਾਂ ਦੇ ਜੀਵਨ ਪਿਛੋਕੜ ਨੂੰ ਸਾਡੇ ਨਾਲ ਸਾਂਝਾ ਕਰੋ ਕਿ ਉਹਨਾਂ ਦਾ ਗੁਰੂ ਘਰ ਦੇ ਨਾਲ ਕਿਵੇਂ ਸੰਬੰਧ ਬਣਦਾ ਜੀ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਇਹਨਾਂ ਦਾ ਜਨਮ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਤੇ ਜਨਮ ਤੋਂ ਥੋੜੇ ਦਿਨਾਂ ਬਾਅਦ ਇਹਨਾਂ ਦੇ ਮਾਤਾ ਜੀ, ਮਾਤਾ ਦਇਆ ਕੌਰ ਜੀ, ਪਿਤਾ ਹਰਦਾਸ ਜੀ, ਜਿਨ੍ਹਾਂ ਦੇ ਘਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਜਨਮ ਲਿਆ, ਥੋੜੇ ਦਿਨਾਂ ਬਾਅਦ ਮਾਤਾ ਜੀ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਜਾਂਦੇ ਨੇ। ਉਸ ਤੋਂ ਬਾਅਦ ਪਿਤਾ ਜੀ ਪਾਲਣ ਪੋਸ਼ਣ ਕਰਦੇ ਨੇ। ਇਤਿਹਾਸ ਵਿੱਚ ਲਿਖਿਆ ਗਿਆ ਕਿ 7 ਸਾਲ ਦੀ ਉਮਰ ਸੀ ਜਦੋਂ ਦੂਸਰਾ ਭਾਣਾ ਜਿਹੜਾ ਵਾਪਰਿਆ, ਪਿਤਾ ਹਰਦਾਸ ਜੀ ਚੜ੍ਹਾਈ ਕਰ ਗਏ ਤੇ ਸ਼ਰੀਕਾ ਵੀ ਸੀ, ਬਰਾਦਰੀ ਵੀ ਸੀ, ਪਰ ਕਿਸੇ ਨੇ ਸਾਂਭਿਆ ਨਾ ਗੁਰੂ ਰਾਮਦਾਸ ਜੀ ਨੂੰ। ਇਹਨਾਂ ਦੇ ਨਾਨੀ ਜੀ ਪਿੰਡ ਬਾਸਰਕੇ ਰਹਿੰਦੇ ਸੀ। ਉਹ ਬਾਸਰਕੇ ਤੋਂ ਚੱਲ ਕੇ ਲਾਹੌਰ ਆਏ ਨੇ। ਫਿਰ ਉਹ ਇਹਨਾਂ ਨੂੰ ਆਪਣੇ ਕੋਲ ਪਾਸ ਲੈ ਆਏ। ਬਾਸਰਕੇ ਪਿੰਡ ਹੀ ਗੁਰੂ ਅਮਰਦਾਸ ਜੀ ਦਾ ਨਗਰ ਹੈ। ਕੁਝ ਕੁ ਸਾਲ ਬਾਸਰਕੇ ਬਤੀਤ ਕਰਨ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤੇ ਇਹਨਾਂ ਦੇ ਨਾਨੀ ਜੀ ਜਿਹੜੇ ਹੈ ਉਹ ਇਹਨਾਂ ਨੂੰ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ ਲੈ ਆਏ। ਜਦੋਂ ਭਾਈ ਜੇਠਾ ਜੀ, ਜਿਹੜਾ ਇਹਨਾਂ ਦਾ ਨਾਂ ਸੀ ਪਹਿਲਾਂ, ਇਹ ਬਾਲ ਅਵਸਥਾ ਦੇ ਵਿੱਚ ਸੀ, ਇੱਥੇ ਸੇਵਾ ਕਰਦਿਆਂ ਇਹਨਾਂ ਦੀ ਨਾਨੀ ਜੀ ਨੇ ਇਹਨਾਂ ਨੂੰ ਕਿਰਤ ਤੇ ਵੀ ਲਾਇਆ। ਉਹਨਾਂ ਨੂੰ ਘੁੰਗਣੀਆਂ ਉਬਾਲ ਦੇਣੀਆਂ ਤੇ ਕਹਿਣਾ, ਬੇਟਾ ਇਹਨਾਂ ਨੂੰ ਵੇਚ ਕੇ ਅਸੀਂ ਆਪਣਾ ਗੁਜ਼ਰ ਬਸਰ ਕਰਨਾ। ਤੇ ਭਾਈ ਜੇਠਾ ਜੀ ਜਿਹੜੇ ਨੇ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ, ਜਿਹਨਾਂ ਦਾ ਸੀ ਨਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ, ਗੁਰਤਾ ਗੱਦੀ ਤੋਂ ਬਾਅਦ ਜਿਹਨਾਂ ਦਾ ਨਾਂ ਰੱਖਿਆ ਗਿਆ, ਉਹ ਨਗਰ ਦੇ ਵਿੱਚ ਘੁੰਗਣੀਆਂ ਵੇਚਦੇ ਨੇ। ਘੁੰਗਣੀਆਂ ਵੇਚਣ ਦੇ ਨਾਲ ਗੁਰੂ ਘਰ ਦੀ ਸੇਵਾ ਜਿਹੜੀ ਹੈ ਉਹ ਵੀ ਨਿਰੰਤਰ ਜਾਰੀ ਰੱਖਦੇ ਨੇ। ਜੋ ਸਤਿਗੁਰੂ ਜੀ ਦਾ ਉਪਦੇਸ਼ ਹੁੰਦਾ ਉਹਨੂੰ ਸੁਣਦੇ ਨੇ। ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਆ ਉਹ ਨਿਰੰਤਰ ਕਰਦੇ ਨੇ। ਮਨ ਦੇ ਨਾਲ ਜਿਹੜੀ ਸੇਵਾ ਹੈ, ਭਾਈ ਜੇਠਾ ਜੀ ਜਿਹੜੇ ਨੇ ਉੱਥੇ ਤਨ ਮਨ ਨਾਲ ਸੇਵਾ ਕਰਦੇ ਨੇ ਅਤੇ ਆਪਣੀ ਕਿਰਤ ਨੂੰ ਵੀ ਮੁੱਖ ਰੱਖਦੇ ਨੇ। ਇਸ ਤਰੀਕੇ ਨਾਲ ਸਤਿਗੁਰੂ ਜੀ ਦਾ ਜੀਵਨ ਜਿਹੜਾ ਆ ਉਹ ਗੁਰੂ ਘਰ ਦੇ ਨਾਲ ਸੰਬੰਧਿਤ ਹੈ। ਪਿਆਰ ਜਿਹੜਾ ਆ, ਉਹਨਾਂ ਦੀ ਭਾਵਨਾ ਜਿਹੜੀ ਹੈ, ਸੇਵਾ ਜਿਹੜੀ ਹੈ, ਉਹ ਗੁਰੂ ਅਮਰਦਾਸ ਜੀ ਦੇ ਨਾਲ ਜੁੜੀ ਹੋਈ ਹੈ ਤੇ ਗੁਰੂ ਦਾ ਉਪਦੇਸ਼, ਗੁਰੂ ਜੀ ਦਾ ਹੁਕਮ ਜਿਹੜਾ ਉਹ ਪੂਰਨ ਤੌਰ ਤੇ ਮੰਨਦੇ ਨੇ। ਭਾਈ ਸਾਹਿਬ ਜੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਜਦੋਂ ਗੋਇੰਦਵਾਲ ਸਾਹਿਬ ਭਾਈ ਜੇਠੇ ਦੇ ਰੂਪ ਦੇ ਵਿੱਚ ਹਜੂਰ ਆ ਗਏ, ਸੇਵਾ ਕਰਦੇ ਨੇ। ਆਪ ਜੀ ਨੇ ਹੁਣੇ ਹੀ ਬਚਨ ਸਾਂਝੇ ਕੀਤੇ ਨੇ ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਗਰੀਬੀ ਭਾਵ ਵਿੱਚ ਪਲਣ ਵਾਲੇ ਬੱਚੇ, ਯਤੀਮ ਬੱਚੇ ਵਿੱਚ ਐਸਾ ਕੀ ਦੇਖਿਆ ਕਿ ਉਹਨਾਂ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਇਹਨਾਂ ਦੇ ਨਾਲ ਕਰ ਦਿੱਤਾ? ਇਹ ਬੜਾ ਵਧੀਆ ਸਵਾਲ ਹੈ ਭਾਈ ਸਾਹਿਬ ਜੀ, ਕਿਉਂਕਿ ਅਜੋਕੇ ਸਮੇਂ ਦਾ ਜੇ ਅਸੀਂ ਸੋਚੀਏ ਤਾਂ ਮੰਨਣਾ ਮੁਸ਼ਕਲ ਹੋਏਗਾ ਕਿ ਇੱਕ ਗਰੀਬ ਅਨਾਥ ਬੱਚੇ ਨੂੰ ਇੱਕ ਗੁਰੂ ਜਿਹੜਾ ਆ ਉਹ ਆਪਣਾ ਜਵਾਈ ਬਣਾ ਲੇ। ਇਹ ਉਸ ਵੇਲੇ ਵੀ ਵਿਚਾਰਾਂ ਚੱਲੀਆਂ ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਸੇਵਾ ਦੇਖੀ, ਭਾਵਨਾ ਦੇਖੀ, ਸੰਗਤ ਵਿੱਚ ਉਹਨਾਂ ਦਾ ਵਰਤਾਓ ਦੇਖਿਆ ਤੇ ਉਹਨਾਂ ਨੇ ਗੁਰੂ ਰਾਮਦਾਸ ਜੀ ਨਾਲ ਆਪਣੀ ਪੁੱਤਰੀ ਦੇ ਵਿਆਹ ਦਾ ਪ੍ਰਸਤਾਵ ਰੱਖਿਆ। ਕੁਝ ਕੁ ਲੋਕਾਂ ਨੇ ਇਸ ਦੀ ਨਿੰਦਿਆ ਵੀ ਕੀਤੀ ਕਿ ਇੱਕ ਅਨਾਥ ਬੱਚਾ ਹੈ, ਨਿਥਾਵਾਂ ਹੈ, ਇਹਦਾ ਕੋਈ ਘਰ ਨਹੀਂ, ਘਾਟ ਨਹੀਂ, ਤੇ ਤੁਸੀਂ ਆਪਣੀ ਬੇਟੀ ਦਾ ਰਿਸ਼ਤਾ ਜਿਹੜਾ ਹੈ, ਬੀਬੀ ਭਾਨੀ ਜੀ, ਇਹਨਾਂ ਦਾ ਰਿਸ਼ਤਾ ਜਿਹੜਾ ਤੁਸੀਂ ਇਹਨਾਂ ਨਾਲ ਜੋੜ ਰਹੇ ਹੋ। ਪਰ ਗੁਰੂ ਅਮਰਦਾਸ ਜੀ ਦੀ ਜਿਹੜੀ ਸੋਚ ਸੀ, ਕਿਉਂਕਿ ਉਹ ਗੁਰੂ ਸਨ, ਗੁਰੂ ਦਾ ਜਿਹੜਾ ਆ ਨਜ਼ਰ ਜਿਹੜੀ ਆ ਆਮ ਜਿਹੜੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਵੱਧ ਹੁੰਦੀ ਹੈ। ਉਹਨਾਂ ਦੀ ਗੰਭੀਰਤਾ, ਉਹਨਾਂ ਦੀ ਸੋਚ ਜਿਹੜੀ ਹੈ, ਉਹਨਾਂ ਨੇ ਉਹਨਾਂ ਨੂੰ ਬਚਨ ਕੀਤਾ ਕਿ ਨਹੀਂ, ਮੈਂ ਬਾਹਰੀ ਤੌਰ ਤੇ ਨਹੀਂ ਇਹਨੂੰ ਦੇਖਿਆ। ਇਹਨਾਂ ਨੇ ਆਪਣੇ ਗਹਿਰ ਗੰਭੀਰਤਾ ਸਦਕਾ ਭਾਈ ਰਾਮਦਾਸ ਜੀ ਨੇ ਭਵਿੱਖ ਦੇ ਵਿੱਚ ਜਿਹੜੇ ਕਾਰਜ ਕਰਨੇ ਨੇ, ਮੈਂ ਉਹਨਾਂ ਨੂੰ ਮੁੱਖ ਰੱਖ ਕੇ ਇਹਨਾਂ ਦੇ ਨਾਲ ਰਿਸ਼ਤਾ ਜੋੜਿਆ। ਇਹਨਾਂ ਗੱਲਾਂ ਤੋਂ ਸਾਨੂੰ ਇੱਕ ਹੋਰ ਵੀ ਸੇਧ ਮਿਲਦੀ ਹੈ। ਜੇ ਅਸੀਂ ਅੱਜ ਕੱਲ੍ਹ ਦੇ ਸਮੇਂ ਵਿੱਚ ਵੇਖੀਏ ਤਾਂ ਅਸੀਂ
ਕੋਠੀਆਂ ਕਾਰਾਂ ਜਾਂ ਜਾਇਦਾਦਾਂ ਨੂੰ ਮੁੱਖ ਰੱਖਦੇ ਹਾਂ ਕਿ ਸਾਡੀ ਜਿਹੜੀ ਧੀ ਹੈ ਉਹ ਚੰਗੇ ਘਰ ਦੇ ਵਿੱਚ ਜਾਏ, ਪਰ ਸਤਿਗੁਰੂ ਜੀ ਨੇ ਗੁਣਾਂ ਨੂੰ ਮੁੱਖ ਰੱਖਿਆ। ਜੋ ਅੱਜ ਸਾਨੂੰ ਵੀ ਇਹ ਸੇਧ ਲੈਣੀ ਚਾਹੀਦੀ ਕਿ ਗੁਣ ਮੁੱਖ ਹੋਣੇ ਚਾਹੀਦੇ ਨੇ। ਪੈਸਾ ਜਿਹੜਾ ਆ ਉਹ ਵੱਧ ਹੋ ਸਕਦਾ, ਘੱਟ ਹੋ ਸਕਦਾ, ਪਰ ਜਿਹੜੇ ਗੁਣ ਨੇ ਉਹ ਮਨੁੱਖ ਨੂੰ ਨਿਖਾਰਦੇ ਨੇ। ਹਾਂਜੀ। ਸਤਿਗੁਰੂ ਅਮਰਦਾਸ ਸਾਹਿਬ ਜੀ ਦੇ 2 ਜਵਾਈ ਨੇ, ਹਾਂਜੀ। ਜਿਨ੍ਹਾਂ ਵਿੱਚੋਂ ਇੱਕ ਨੇ ਭਾਈ ਜੇਠਾ ਜੀ, ਇੱਕ ਨੇ ਭਾਈ ਰਾਮਾ ਜੀ, ਬੀਬੀ ਦਾਨੀ ਦੇ ਪਤੀ ਨੇ, ਤੇ ਭਾਈ ਜੇਠਾ ਜੀ ਬੀਬੀ ਭਾਨੀ ਦੇ ਪਤੀ ਨੇ। ਸਤਿਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰਨ ਵੇਲੇ ਕਿਹੜੀ ਇਹਨਾਂ ਦੀ ਪ੍ਰੀਖਿਆ ਲਈ ਕਿ ਜਾਂ ਸੁੱਤੇ ਸਿੱਧੀ ਪਰਮੇਸ਼ਰ ਦੀ ਬਖਸ਼ਿਸ਼ ਹੋ ਗਈ? ਜੇ ਅਸੀਂ ਇਹ ਲਫ਼ਜ਼ ਵਰਤੀਏ ਕਿ ਸੁੱਤੇ ਸਿੱਧ, ਤੇ ਸੁੱਤੇ ਸਿੱਧ ਤੇ ਕਿਤੇ ਵੀ ਜਾਂ ਕਿਸੇ ਵੀ ਗੁਰੂ ਸਾਹਿਬਾਨ ਨੂੰ ਗੁਰਿਆਈ ਜਿਹੜੀ ਨਹੀਂ ਮਿਲੀ। ਇਤਿਹਾਸ ਜਿਹੜਾ ਗਵਾਹ ਹੈ ਇਸ ਚੀਜ਼ ਦਾ, ਆਪ ਸਾਰੀਆਂ ਸੰਗਤਾਂ ਜਾਣਦੇ ਹੋ। ਸੁੱਤੇ ਸਿੱਧ ਵਾਲੀ ਗੱਲ ਜਿਹੜੀ ਸਿੱਖੀ ਦੇ ਵਿੱਚ ਨਹੀਂ ਹੈ, ਕਿਉਂਕਿ ਸਾਡਾ ਜਿਹੜਾ ਸਿੱਖ ਪੰਥ ਹੈ ਇਹ ਮੁੱਢ ਤੋਂ ਲੈ ਕੇ ਸਿੱਖਣ ਵਾਲਾ ਕਾਰਜ ਹੈ। ਜਿਹੜਾ ਸਿੱਖਦਾ ਹੋਏਗਾ ਉਹੀ ਸਿੱਖ ਹੋਏਗਾ, ਤੇ ਸੁੱਤੇ ਸਿੱਧ ਵਾਲੀ ਕੋਈ ਗੱਲ ਨਹੀਂ। ਅਨੇਕਾਂ ਤਰ੍ਹਾਂ ਦੇ ਪ੍ਰੀਖਿਆਵਾਂ ਗੁਰੂ ਸਾਹਿਬਾਂ ਦੀਆਂ ਹੋਈਆਂ, ਜਿਨ੍ਹਾਂ ਵਿੱਚ ਇੱਕ ਬੜੀ ਮੇਨ ਘਟਨਾ ਜਿਹੜੀ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ, ਭਾਈ ਜੇਠਾ ਜੀ ਦੀ ਸੇਵਾ ਨੂੰ ਚੰਗੀ ਤਰ੍ਹਾਂ ਦੇਖਿਆ, ਤੇ ਕਿਤੇ ਨਾ ਕਿਤੇ ਸੰਗਤ ਦੇ ਵਿੱਚ ਵੀ ਵਿਚਾਰਾਂ ਚੱਲਦੀਆਂ ਸੀ ਕਿ ਇਹਨਾਂ ਦੀ ਸੇਵਾ ਬਹੁਤ ਹੈ, ਤੇ ਇਹ ਵੇਖਣ ਯੋਗ ਹੋਏਗਾ ਕਿ ਗੁਰੂ ਸਾਹਿਬ ਕਿਸ ਨੂੰ ਗੁਰਿਆਈ ਦਿੰਦੇ ਨੇ। ਸੰਗਤ ਦੇ ਵਿੱਚ ਵੀ ਬਹੁਤ ਉਤਸ਼ਾਹ ਸੀ, ਕਿਉਂਕਿ ਦਿਨ ਤੋਂ ਦਿਨ ਗੁਰੂ ਅਮਰਦਾਸ ਜੀ ਦੀ ਜਿਹੜੀ ਉਮਰ ਉਹ ਵੱਧਦੀ ਜਾ ਰਹੀ ਸੀ, ਕਿਸੇ ਨਾ ਕਿਸੇ ਨੂੰ ਗੁਰਿਆਈ ਦੇਣੀ ਸੀ। ਇੱਕ ਦਿਨ ਕੀ ਹੁੰਦਾ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਦੋਨਾਂ ਜਵਾਈਆਂ ਨੂੰ, ਭਾਈ ਰਾਮਾ ਜੀ ਨੂੰ, ਭਾਈ ਜੇਠਾ ਜੀ ਨੂੰ ਬੁਲਾਇਆ ਆਪਣੇ ਕੋਲ ਤੇ ਕਿਹਾ ਕਿ 2 ਥੜੇ ਤਿਆਰ ਕਰਨੇ ਨੇ। ਇਹ ਜਿਹੜੇ ਥੜੇ ਤਿਆਰ ਕਰਨੇ ਨੇ, ਇੱਕ ਤੇ ਅਸੀਂ ਅੰਮ੍ਰਿਤ ਵੇਲੇ ਜਿੱਥੇ ਬੈਠ ਕੇ ਦੀਵਾਨ ਸਜਾਈਏ, ਤੇ ਇੱਕ ਜਿੱਥੇ ਸੰਧਿਆ ਵੇਲੇ ਦੀਵਾਨ ਸਜਾਈਏ। ਤੇ ਹਦਾਇਤ ਕੀਤੀ ਕਿ ਜੋ ਵੀ ਵਸਤਾਂ, ਜੋ ਵੀ ਸਮਾਨ, ਇੱਟਾਂ, ਚੂਨਾ ਆਦਿਕ ਜੋ ਵੀ ਲੱਗਣਾ ਉਹ ਤੁਸੀਂ ਆਪ ਲਿਆਉਣਾ, ਤੇ ਆਪ ਲਿਆ ਕੇ ਆਪ ਹੀ ਥੜੇ ਤਿਆਰ ਕਰਨੇ ਨੇ, ਤੇ ਸ਼ਾਮ ਤੱਕ ਥੜੇ ਜਿਹੜੇ ਆ ਉਹ ਤਿਆਰ ਹੋਣੇ ਚਾਹੀਦੇ ਆ। 7 ਬਚਨ ਕਰਕੇ ਭਾਈ ਰਾਮਾ ਜੀ, ਭਾਈ ਜੇਠਾ ਜੀ ਜਿਹੜੇ ਨੇ ਉਹ ਥੜੇ ਤਿਆਰ ਕਰਨ ਵਿੱਚ ਲੱਗ ਜਾਂਦੇ ਨੇ। ਸ਼ਾਮ ਤੱਕ ਥੜੇ ਤਿਆਰ ਹੋ ਜਾਂਦੇ ਨੇ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ਼ਾਮ ਨੂੰ ਆਉਂਦੇ ਨੇ ਤੇ ਆ ਕੇ ਉਹ ਨਾ ਕਰ ਦਿੰਦੇ ਨੇ ਕਿ ਨਹੀਂ, ਇਹ ਜਿਹੜੇ ਥੜੇ ਨੇ ਇਹ ਸਾਡੇ ਦੱਸੇ ਮੁਤਾਬਕ ਨਹੀਂ ਬਣੇ, ਇਹ ਥੜੇ ਢਾਹ ਦਿੱਤੇ ਜਾਣ ਤੇ ਕੱਲ੍ਹ ਨੂੰ ਫਿਰ ਬਣਾਏ ਜਾਣ। ਇਸੇ ਤਰੀਕੇ ਨਾਲ ਦੂਸਰੇ ਦਿਨ ਵੀ ਇਦਾਂ ਹੀ ਹੁੰਦਾ, ਸਤਿਗੁਰੂ ਜੀ ਆਉਂਦੇ ਨੇ ਤੇ ਥੜਿਆਂ ਨੂੰ ਨਾ ਕਰ ਦਿੰਦੇ ਨੇ ਕਿ ਹਜੇ ਵੀ ਉਸ ਤਰੀਕੇ ਨਾਲ ਨਹੀਂ ਬਣੇ ਜਿਵੇਂ ਮੈਂ ਦੱਸਿਆ ਸੀ। ਤੀਸਰੇ ਦਿਨ ਕੀ ਹੁੰਦਾ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਆਉਂਦੇ ਨੇ ਤੇ ਪਹਿਲਾਂ ਭਾਈ ਰਾਮਾ ਜੀ ਪਾਸ ਜਾਂਦੇ ਨੇ। ਭਾਈ ਰਾਮਾ ਜੀ ਨੂੰ ਕਹਿੰਦੇ ਨੇ ਕਿ ਥੜੇ ਹਜੇ ਵੀ ਜਿਹੜੇ ਨੇ ਉਸ ਮੁਤਾਬਕ ਨਹੀਂ ਬਣੇ ਜਿਵੇਂ ਮੈਂ ਦੱਸਿਆ ਸੀ। ਭਾਈ ਰਾਮਾ ਜੀ ਦਾ ਜਿਹੜਾ ਸਬਰ ਦਾ ਬੰਨ ਹੈ ਨਾ, ਉਸ ਵੇਲੇ ਟੁੱਟ ਜਾਂਦਾ ਹੈ। ਉਹ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਨੇ ਕਿ ਪਿਤਾ ਜੀ, ਮੇਰੇ ਬਣਾਉਣ ਦੇ ਵਿੱਚ ਜਿਹੜੀ ਖਾਮੀ ਨਹੀਂ ਹੈ, ਤੁਸੀਂ ਬਿਰਧ ਹੋ ਚੁੱਕੇ ਹੋ, ਜੋ ਤੁਸੀਂ ਦੱਸ ਦਿਓ ਉਹ ਤੁਹਾਨੂੰ ਵਿਸਰ ਜਾਂਦਾ। ਸੰਗਤ ਨੂੰ, ਸਭ ਨੂੰ ਮੇਰੇ ਥੜੇ ਜਿਹੜੇ ਆ ਬਹੁਤ ਵਧੀਆ ਲੱਗਦੇ ਨੇ, ਪਰ ਤੁਸੀਂ ਸ਼ਾਮ ਨੂੰ ਆ ਕੇ ਜਿਹੜਾ ਆ ਉਹ ਮਨਾ ਕਰ ਦਿੰਦੇ ਕਿ ਥੜੇ ਉਸ ਤਰੀਕੇ ਨਾਲ ਨਹੀਂ ਬਣੇ। ਗੁਰੂ ਸਾਹਿਬ ਜਿਹੜੇ ਨੇ ਉਹ ਭਾਈ ਜੇਠਾ ਜੀ ਵੱਲ ਚਲੇ ਜਾਂਦੇ ਨੇ। ਭਾਈ ਜੇਠਾ ਜੀ ਨੂੰ ਵੀ ਇਸੇ ਤਰੀਕੇ ਨਾਲ ਕਹਿੰਦੇ ਨੇ ਕਿ ਜਿਹੜੇ ਥੜਾ ਆ ਅਜੇ ਵੀ ਉਸ ਤਰੀਕੇ ਨਾਲ ਨਹੀਂ ਬਣਿਆ, ਇਹਨੂੰ ਢਾਹ ਕੇ ਫਿਰ ਬਣਾਇਆ ਜਾਏ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ, ਭਾਈ ਜੇਠਾ ਜੀ ਜਿਹੜੇ ਨੇ ਉਹ 7 ਬਚਨ ਕਹਿ ਕੇ ਬਚਨ ਮੰਨ ਲੈਂਦੇ ਨੇ। ਇਤਿਹਾਸ ਵਿੱਚ ਦੱਸਿਆ ਜਾਂਦਾ ਕਿ 7 ਦਿਨ ਲਗਾਤਾਰ ਇਸੇ ਤਰੀਕੇ ਨਾਲ ਭਾਈ ਜੇਠਾ ਜੀ ਜਿਹੜੇ ਨੇ ਉਹ ਥੜਾ ਤਿਆਰ ਕਰਦੇ ਰਹੇ ਨੇ। ਤੇ ਜਦੋਂ 7ਵੇਂ ਦਿਨ ਆ ਕੇ ਵੀ ਗੁਰੂ ਸਾਹਿਬ ਜਿਹੜੇ ਨੇ ਇਹੋ ਹੀ ਜਵਾਬ ਦਿੰਦੇ ਨੇ ਕਿ ਥੜਾ ਅਜੇ ਵੀ ਸਾਡੇ ਮੁਤਾਬਕ ਨਹੀਂ ਬਣਿਆ। ਤੇ ਭਾਈ ਜੇਠਾ ਜੀ ਜਿਹੜੇ ਨੇ ਉਹ ਦਇਆ ਦੇ ਘਰ ਵਿੱਚ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਢਹਿ ਪੈਂਦੇ ਨੇ। ਕਹਿੰਦੇ ਨੇ ਕਿ ਸਤਿਗੁਰੂ ਜੀ, ਮੈਂ ਅਲਪੱਗ ਹਾਂ, ਮੈਂ ਥੋੜ੍ਹੀ ਮੱਤ ਵਾਲਾ, ਮੈਂ ਇਹ ਥੜੇ ਨਹੀਂ ਤਿਆਰ ਕਰ ਸਕਦਾ। ਤੁਸੀਂ ਸਰਬੱਗ ਹੋ, ਆਪ ਜੀ ਸਰਬੱਗ ਹੋ, ਆਪ ਮੇਰੇ 'ਤੇ ਕਿਰਪਾ ਕਰੋ,
ਆਪ ਮੈਨੂੰ ਦ੍ਰਿਸ਼ਟੀ ਬਖਸ਼ੋ, ਜੋ ਤੁਸੀਂ ਦੱਸਦੇ ਹੋ ਉਹ ਮੇਰੇ ਸਮਝ ਵਿੱਚ ਨਹੀਂ ਆਉਂਦਾ, ਕਿਉਂਕਿ ਮੈਂ ਅਲਪੱਗ ਹੋਣ ਕਰਕੇ, ਥੋੜੀ ਮਤ ਹੋਣ ਕਰਕੇ ਮੈਨੂੰ ਸਮਝ ਵਿੱਚ ਨਹੀਂ ਆਉਂਦਾ। ਆਪ ਕਿਰਪਾ ਕਰੋ ਤਾਂ ਜੋ ਮੈਂ ਜਿਹੜਾ ਥੜਾ ਤਿਆਰ ਕਰ ਸਕਾਂ। ਇਹ ਕਿਤੇ ਨਾ ਕਿਤੇ ਜਿਹੜੀ ਪ੍ਰੀਖਿਆ ਹੈ ਉਹ ਅਜਰ ਨੂੰ ਜਰਨ ਦੀ ਹੈ। ਗੁਰੂ ਸਾਹਿਬ ਚਾਹੁੰਦੇ ਸੀ ਕਿ ਜਿਹੜੇ ਆਮ ਲੋਕੀ ਹੈ, ਜਿਹੜੀ ਆਮ ਲੋਕਾਂ ਦੀ ਜਿੱਥੇ ਜਰਨ ਦੀ ਸ਼ਕਤੀ ਖਤਮ ਹੋ ਜਾਏ, ਉੱਥੋਂ ਗੁਰੂ ਦੀ ਜਰਨ ਦੀ ਸ਼ਕਤੀ ਸ਼ੁਰੂ ਹੋਵੇ। ਇਸੇ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਇਹ ਜਿਹੜੀ ਰੀਤ ਹੈ ਚੱਲਦੀ ਆਈ ਸੀ, ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਥਾਪਿਤ ਕੀਤੀ, ਕਿ ਇਸੇ ਤਰੀਕੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਿਹੜੀ ਪ੍ਰੀਖਿਆਵਾਂ ਲਈਆਂ ਗਈਆਂ। ਗੁਰੂ ਨਾਨਕ ਦੇਵ ਜੀ ਨੇ ਵੀ ਪੁੱਤਰ ਮੋਹ ਤਿਆਗ ਕੇ ਭਾਈ ਲਹਿਣਾ ਜੀ ਦੀ ਸੇਵਾ ਨੂੰ ਦੇਖਦੇ ਹੋਏ, ਜਿਹਨਾਂ ਲਹਿਣੇ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਬਣੇ, ਉਹਨਾਂ ਨੂੰ ਗੁਰਿਆਈ ਦਿੱਤੀ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਿੱਤੀ, ਕਿਉਂਕਿ ਗੁਰੂ ਅਮਰਦਾਸ ਜੀ ਦੀ ਇਤਨੀ ਸੇਵਾ ਔਰ ਇਤਨੀ ਬਿਰਧ ਅਵਸਥਾ ਦੇ ਵਿੱਚ ਸੇਵਾ ਹੋਣ ਕਰਕੇ, ਚਾਹੇ ਲੋਕਾਂ ਨੇ ਬਹੁਤ ਕੁਛ ਗੁਰੂ ਸਾਹਿਬ ਨੂੰ ਕਿਹਾ ਕਿ ਤੂੰ ਅਮਰੂ ਨਥਾਵਾਂ ਹੈ, ਤੂੰ ਲੰਗਰ ਛਕਣ ਲਈ, ਜਾਂ ਹੋਰ ਕਈ ਗੱਲਾਂ ਇਤਿਹਾਸ ਦੇ ਵਿੱਚ ਜਿਵੇਂ ਲਿਖਿਆ ਗਿਆ। ਜੇ ਅਸੀਂ ਬੋਲੀਏ ਤਾਂ ਸਾਨੂੰ ਆਪਣੇ ਗੁਰੂ ਪ੍ਰਤੀ ਬੋਲ ਕੇ ਵੀ ਇਹ ਜਿਹੜੀਆਂ ਗੱਲਾਂ ਸਾਡੇ ਮੂੰਹ ਤੋਂ ਸ਼ੋਭਦੀਆਂ ਨਹੀਂ, ਜਿਹੜੀਆਂ ਉਸ ਸਮੇਂ ਲੋਕਾਂ ਨੇ ਕਹੀਆਂ। ਪਰ ਗੁਰੂ ਅੰਗਦ ਦੇਵ ਜੀ ਨੇ ਜਿਹੜੀ ਗੁਰਿਆਈ ਹੈ, ਉਹਨਾਂ ਦੀ ਸੇਵਾ ਭਾਵਨਾ, ਨਿਮਰਤਾ ਨੂੰ ਮੁੱਖ ਰੱਖਦੇ ਹੋਏ ਗੁਰੂ ਅਮਰਦਾਸ ਜੀ ਨੂੰ, ਤੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤੀ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ
ਸੋ ਭਾਈ ਸਾਹਿਬ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੋਏ। ਆਪ ਜੀ ਨੇ ਉਹਨਾਂ ਦੀ ਉਸਤਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਗਾਇਨ ਕੀਤਾ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕੈਸੀਆਂ ਬਖਸ਼ਿਸ਼ਾਂ ਰਹਿਮਤਾਂ ਨੇ। ਕੋਈ ਇਹਨਾਂ ਦੀ ਦਹਿਲੀਜ਼ ਤੇ ਖੜੋ ਕੇ ਇਹ ਅਰਦਾਸ ਕਰ ਰਿਹਾ ਹੈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਕੋਈ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਜੀ ਦੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਸਾਰੇ ਸਿੱਖ ਜਗਤ 'ਤੇ ਨੇ, ਸਾਰੇ ਸੰਸਾਰ 'ਤੇ ਨੇ। ਅੱਜ ਵੀ ਜਦੋਂ ਕੋਈ ਉਹਨਾਂ ਦੇ ਸਥਾਨ 'ਤੇ ਜਾਂਦਾ ਹੈ ਤਾਂ ਇਹੀ ਨੋਟਬੁੱਕ ਦੇ ਵਿੱਚ ਲਿਖਦਾ ਹੈ ਕਿ ਜਿਹੜਾ ਆਨੰਦ, ਜਿਹੜਾ ਵਿਗਾਸ ਖੇੜਾ ਮੈਨੂੰ ਇਸ ਅਸਥਾਨ 'ਤੇ ਨਮਸਕਾਰ ਕਰਕੇ, ਕੀਰਤਨ ਸਰਵਣੀ ਕਰਕੇ ਪ੍ਰਾਪਤ ਹੋਇਆ ਹੈ, ਇਹ ਹੋਰ ਸੰਸਾਰ ਦੇ ਕਿਸੇ ਹਿੱਸੇ ਤੋਂ ਪ੍ਰਾਪਤ ਨਹੀਂ ਹੁੰਦਾ। ਸੋ ਭਾਈ ਸਾਹਿਬ ਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਸਤਿਗੁਰੂ ਰਾਮਦਾਸ ਸਾਹਿਬ ਗੁਰਤਾ ਗੱਦੀ ਦੇ ਸਿੰਘਾਸਨ 'ਤੇ ਬਿਰਾਜ ਗਏ, ਉਹਨਾਂ ਦੇ ਰਾਹ ਦੇ ਵਿੱਚ ਹਕੂਮਤ ਵੱਲੋਂ ਕਿਹੜੀਆਂ ਔਕੜਾਂ ਜਾਂ ਘਰੇਲੂ ਔਕੜਾਂ ਜਿਹੜੀਆਂ ਪੈਦਾ ਹੋਈਆਂ, ਉਹ ਕੀ ਸਨ ਜੀ? ਕੁਝ ਕੁ ਘਰੇਲੂ ਔਕੜਾਂ ਜਿਹੜੀਆਂ ਆ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਬਾਬਾ ਮੋਹਨ ਜੀ ਜਿਹੜੇ ਨੇ ਉਹ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਸਨ। ਕਿਤੇ ਨਾ ਕਿਤੇ ਉਹਨਾਂ ਨੇ ਵਿਰੋਧਤਾ ਕੀਤੀ ਕਿ ਜਿਹੜੀ ਗੁਰਤਾ ਗੱਦੀ ਹੈ ਉਹ ਮੈਨੂੰ ਮਿਲਣੀ ਚਾਹੀਦੀ ਸੀ। ਅਤੇ ਹਕੂਮਤ ਪਾਸੋਂ ਜਿਹੜੀ ਆਪ ਗੱਲ ਕਰਦੇ ਹੋ, ਇੰਨੀਆਂ ਜ਼ਿਆਦਾ ਔਕੜਾਂ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ। ਅਜੇ ਕਿ ਬ੍ਰਾਹਮਣਾਂ ਨੇ ਕੋਸ਼ਿਸ਼ ਕੀਤੀ, ਅਕਬਰ ਤੱਕ ਇਹ ਸ਼ਿਕਾਇਤਾਂ ਵੀ ਗਈਆਂ ਕਿ ਇਹ ਸਾਡੇ ਸਨਾਤਨੀ ਧਰਮ ਜਿਹੜਾ ਆ ਉਹਦੇ ਵਿਪਰੀਤ ਚੱਲਦੇ ਨੇ, ਉਲਟ ਚੱਲਦੇ ਨੇ, ਕਿਉਂਕਿ ਸਿੱਖ ਪੰਥ ਹੈ ਹੀ ਨਿਰਾਲਾ ਸੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਾ ਕੋਈ ਝੂਠ, ਨਾ ਫਰੇਬ ਸੀ, ਨਾ ਕੋਈ ਧੋਖਾ ਧੜੀ ਸੀ। ਅਤੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੀਆਂ ਦੁਕਾਨਾਂ ਬੰਦ ਹੁੰਦੀਆਂ ਦੇਖ ਕੇ ਅਕਬਰ ਬਾਦਸ਼ਾਹ ਤੱਕ ਸ਼ਿਕਾਇਤਾਂ ਪਹੁੰਚਾਈਆਂ, ਅਤੇ ਗੁਰੂ ਅਮਰਦਾਸ ਜੀ ਵੇਲੇ ਵੀ ਇਹ ਸ਼ਿਕਾਇਤਾਂ ਹੋਈਆਂ ਸੀ। ਫਿਰ ਅਕਬਰ ਬਾਦਸ਼ਾਹ ਜਿਹੜਾ ਉਹ ਆਪ ਚੱਲ ਕੇ ਗੋਇੰਦਵਾਲ ਸਾਹਿਬ ਵਿਖੇ ਆਇਆ। ਜਦੋਂ ਉਸਨੇ ਆ ਕੇ ਸਾਰਾ ਕਾਰਜ ਦੇਖਿਆ, ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ, ਪੰਗਤ ਦੇ ਵਿੱਚ ਬੈਠ ਕੇ ਸੰਗਤ ਦੇ ਨਾਲ ਲੰਗਰ ਛਕਿਆ, ਅਤੇ ਉਹਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਇਹ ਵੱਖਰਾ ਨਿਰਾਲਾ ਪੰਥ ਹੈ। ਇਹ ਜਾਤ ਪਾਤ ਦਾ ਕੋਈ ਵਖਰੇਵਾਂ ਨਹੀਂ, ਛੂਆ ਛਾਤ ਦਾ ਕੋਈ ਵਖਰੇਵਾਂ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੂਰ ਕਰਦੇ ਹੋਏ ਅਕਬਰ ਬਾਦਸ਼ਾਹ ਸਮਝ ਗਿਆ ਸੀ ਕਿ ਇੱਕ ਨਿਰਾਲੀ ਕੌਮ ਜਿਹੜੀ ਉਹ ਪੈਦਾ ਹੋ ਚੁੱਕੀ ਹੈ। ਅਤੇ ਹਕੂਮਤ ਪਾਸੋਂ ਕੋਈ ਇੰਨੀਆਂ ਜ਼ਿਆਦਾ ਔਕੜਾਂ ਸਾਹਮਣਾ ਨਹੀਂ ਕਰਨਾ ਪਿਆ। ਅਤੇ ਭਾਈ ਜੇਠਾ ਜੀ ਨੂੰ ਵੀ ਉਹ ਚੰਗੀ ਤਰ੍ਹਾਂ ਜਾਣਦੇ ਸਨ। ਜਦੋਂ ਵੀ ਕੋਈ ਸ਼ਿਕਾਇਤ ਅਕਬਰ ਦਰਬਾਰ ਦੇ ਵਿੱਚ ਹੁੰਦੀ ਤਾਂ ਲਾਹੌਰ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਨੂੰ ਭੇਜਦੇ ਨੇ ਕਿ ਇਹ ਸ਼ਿਕਾਇਤ ਦਾ ਸਪਸ਼ਟੀਕਰਨ ਦੇ ਕੇ ਦਿੱਤਾ ਜਾਵੇ। ਸਪਸ਼ਟੀਕਰਨ ਦੇ ਕੇ ਆਉਂਦੇ ਸਨ ਭਾਈ ਜੇਠਾ ਜੀ, ਜਿਹੜੇ ਬਾਅਦ 'ਚ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਰੂਪ ਦੇ ਵਿੱਚ ਗਲਗੱਦੀ 'ਤੇ ਬੈਠੇ। ਇੰਨੀਆਂ ਜ਼ਿਆਦਾ ਔਕੜਾਂ ਦਾ ਸਾਹਮਣਾ ਜਿਹੜਾ ਆ ਉਹ ਨਹੀਂ ਕਰਨਾ ਪਿਆ। ਭਾਈ ਸਾਹਿਬ ਜੀ, ਹੁਣੇ ਹੀ ਆਪ ਜੀ ਨੇ ਸਾਨੂੰ ਇੱਕ ਬਾਬਾ ਸੱਤੇ ਬਲਵੰਡ ਦੀ ਵਾਰ ਵਿੱਚੋਂ ਪੌੜੀ ਸਰਵਣੀ ਕਰਵਾਈ ਹੈ, ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਸਰਵਣੀ ਕਰਵਾਏ ਨੇ। ਮੈਂ ਬੇਨਤੀ ਕਰਾਂਗਾ ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਕੋਈ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਸ਼ਬਦ ਸਰਵਣੀ ਕਰਵਾਓ ਜੀ। ਮੇਰੇ ਨਾਲ ਹੈ, ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿਥੇ ਮੈਨੂੰ ਲਏ ਛੜਾਈ, ਜਿੱਥੇ ਕਿਥੇ ਮੈਨੂੰ ਲਏ ਛੜਾਈ, ਸੋ ਸਤਿਗੁਰ
ਹਰ ਕੀ ਹਰ ਕਥਾ ਸੁਣਾਈ। ਜਿਨ ਹਰ ਕੀ ਹਰ ਕਥਾ ਸੁਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿਥੇ ਮੈਨੂੰ ਲਏ ਛਡਾਈ, ਜਿੱਥੇ ਕਿਥੇ ਮੈਨੂੰ ਲਏ ਛਡਾਈ, ਸੋ ਸਤਿਗੁਰ ਪਿਆਰਾ
ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿਤੇ ਮੈਨੂੰ ਲਾਏ ਛੜਾਈ, ਜਿੱਥੇ ਕਿਤੇ ਮੈਨੂੰ ਲਾਏ ਛੜਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ, ਮੇਰੇ ਨਾਲ ਹੈ। ਆਪ ਜੀ ਨੇ ਬੜਾ ਹੀ ਸੁੰਦਰ ਸ਼ਬਦ ਸਾਨੂੰ ਸਰਵਣੀ ਕਰਾਇਆ ਹੈ। ਵਾਕਿਆ ਹੀ ਸਤਿਗੁਰੂ ਆਪਣੇ ਸਿੱਖ ਦੇ ਹਰ ਵੇਲੇ ਨਾਲ ਨਾਲ ਰਹਿੰਦਾ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਤੇ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸਤਿਗੁਰਾਂ ਦੀ ਸੰਤਾਨ ਬਾਰੇ ਕੋਈ ਸਾਨੂੰ ਜਾਣਕਾਰੀ ਬਖਸ਼ੋ ਜੀ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਅਤੇ ਬੀਬੀ ਭਾਨੀ ਜੀ ਉਹਨਾਂ ਦੇ ਮਹਿਲ, ਉਹਨਾਂ ਦੇ 3 ਸਪੁੱਤਰ ਸਨ। ਵੱਡੇ ਭਾਈ ਪ੍ਰਿਥੀ ਚੰਦ ਜੀ ਅਤੇ ਉਹਨਾਂ ਤੋਂ ਛੋਟੇ ਭਾਈ ਮਹਾਦੇਵ ਜੀ, ਉਹਨਾਂ ਤੋਂ ਛੋਟੇ ਅਰਜਨ ਜੀ, ਜਿਹੜੇ ਬਾਅਦ ਵਿੱਚ ਸਾਡੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਆਏ। ਇਹ ਸੰਤਾਨ ਜਿਹੜੀ 3 ਸਪੁੱਤਰ ਗੁਰੂ ਸਾਹਿਬਾਨ ਦੇ ਸਨ। ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਕਿਹੜੇ ਕਿਹੜੇ ਆਪਣੇ ਜੀਵਨ ਦੇ ਵਿੱਚ ਮਹਾਨ ਕਾਰਜ ਕੀਤੇ ਨੇ, ਉਹਨਾਂ ਬਾਰੇ ਚਾਨਣਾ ਪਾਓ ਜੀ। ਜੇ ਅਸੀਂ ਕਾਰਜਾਂ ਦੀ ਗੱਲ ਕਰੀਏ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਤੇ ਜੇ ਅਸੀਂ ਗਿਣਾਉਣ ਲੱਗ ਜਾਈਏ ਤਾਂ ਮੇਰੇ ਖਿਆਲ ਕਿ ਬਹੁਤ ਸਮਾਂ ਜਿਹੜਾ ਆ, ਕਿਉਂਕਿ ਬਹੁਤ ਮਹਾਨ ਕਾਰਜ ਜਿਹੜੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀਤੇ ਨੇ। ਕੁਝ ਕੁ ਸੰਖੇਪ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਜਿਵੇਂ ਚੱਕ ਰਾਮਦਾਸਪੁਰ ਵਸਾਣਾ ਅੰਮ੍ਰਿਤਸਰ ਸਾਹਿਬ, ਜਿਹੜੇ ਅੱਜ ਅਸੀਂ ਨਾਮ ਲੈਂਦੇ ਹਾਂ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਸਾਇਆ ਇਹ ਨਗਰ। ਨਗਰ ਸਿਰਫ ਵਸਾਉਣਾ ਹੀ ਨਹੀਂ ਸੀ, ਇੱਥੇ 52 ਕਿੱਤਿਆਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਸਨ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਂਦਾ ਸਤਿਗੁਰੂ ਜੀ ਨੇ। ਔਰ ਵੱਡਾ ਕਾਰਜ ਸੀ, ਉਹਨਾਂ ਨੂੰ ਉੱਥੇ ਲੈ ਕੇ ਆਏ, ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ, ਉਹਨਾਂ ਦੇ ਕਿੱਤੇ ਦਾ ਪ੍ਰਬੰਧ ਕੀਤਾ, ਉਹਨਾਂ ਨੂੰ ਕਿਰਤ ਵੀ ਦਿੱਤੀ। ਤੇ ਸਤਿਗੁਰੂ ਜੀ ਨੇ ਇੱਥੇ ਅੰਮ੍ਰਿਤਮਈ ਜਿਹੜਾ ਸਰੋਵਰ ਹੈ ਉਹਨਾਂ ਦੀ ਖੁਦਵਾਈ ਕਰਵਾਈ। ਇਹ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਛੂਆ ਛਾਤ ਜਿਹੜੀ ਹੈ ਉਦੋਂ ਬਹੁਤ ਮੰਨਿਆ ਜਾਂਦਾ ਸੀ ਕਿ ਛੂਆ ਛਾਤ ਦਾ ਜਿਹੜੀ ਪ੍ਰਥਾ ਹੈ ਉਹ ਬਹੁਤ ਪ੍ਰਚਲਿਤ ਸੀ। ਸਤਿਗੁਰੂ ਜੀ ਨੇ ਉਹਦਾ ਖੰਡਨ ਕਰਨ ਵਾਸਤੇ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ ਕਿ ਹਰੇਕ ਧਰਮ, ਹਰੇਕ ਜਾਤੀ ਦੇ ਜਿਹੜਾ ਮਨੁੱਖ ਹੈ ਉਹ ਇੱਥੇ ਇਸ਼ਨਾਨ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਜਦੋਂ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਬੀਬੀ ਭਾਨੀ ਜੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਨਾਲ ਜੋੜਿਆ ਸੀ, ਤਦ ਕੁਝ ਕੁ ਬਰਾਦਰੀ ਵਾਲਿਆਂ ਨੇ ਜਾਂ ਸੰਗਤਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ, ਕਿਹਦੇ ਨਾਲ ਰਿਸ਼ਤਾ ਜੋੜ ਰਹੇ ਹੋ, ਇਹਦਾ ਕੋਈ ਘਰ ਘਾਟ ਨਹੀਂ, ਇਹਨਾਂ ਦੇ ਘਰ ਖਾਣ ਨੂੰ ਦਾਣੇ ਵੀ ਨਹੀਂ, ਤੇ ਤੁਸੀਂ ਕੀ ਵੇਖ ਕੇ ਰਿਸ਼ਤਾ ਕਰ ਰਹੇ ਹੋ। ਤੇ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਇਆ ਦੇ ਘਰ ਦੇ ਵਿੱਚ ਆ ਕੇ ਉਹਨਾਂ ਦੇ ਮੂੰਹ ਤੋਂ ਬਚਨ ਸੀ ਕਿ ਇੱਕ ਦਿਨ ਐਸਾ ਆਏਗਾ, ਇਹਨਾਂ ਦੇ ਦਰ ਤੋਂ ਲੱਖਾਂ ਲੋਕ ਜਿਹੜੇ ਆ ਉਹ ਪ੍ਰਸ਼ਾਦਾ ਛਕਣਗੇ, ਰੱਜ ਕੇ ਜਾਣਗੇ, ਮੂੰਹੋਂ ਮੰਗੀਆਂ ਮੁਰਾਦਾਂ ਪਾਣਗੇ, ਤੇ ਕੋਈ ਵੀ ਭੁੱਖਾ ਨਹੀਂ ਸੋਏਗਾ। ਅੱਜ ਉਹ ਜਿਹੜੀ ਕਰਾਮਾਤ ਹੈ ਸਾਨੂੰ ਦੱਸਦਿਆਂ ਭਾਵੁਕਤਾ ਹੋ ਜਾਂਦੀ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਸੌਂ ਸਕਦਾ। ਹੋਰ ਕਿਤੇ ਸਟੇਟਾਂ ਦੇ ਵਿੱਚ, ਦੇਸ਼ਾਂ ਦੇ ਵਿੱਚ ਲੋਕ ਜਿਹੜੇ ਇਹ ਗੱਲ ਕਹਿ ਸਕਦੇ, ਪਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਕੋਈ ਇੰਨੀ ਗੱਲ ਨਹੀਂ ਕਹਿ ਸਕਦਾ ਕਿ ਕੋਈ ਅੰਮ੍ਰਿਤਸਰ ਸਾਹਿਬ ਵਿਖੇ, ਮਾफ़ ਕਰਨਾ ਮੈਂ ਥੋੜ੍ਹਾ ਜਿਹਾ ਭਾਵੁਕ ਹੋ ਗਿਆ, ਕਿਉਂਕਿ ਉਹ ਦਾਰੀ ਐਸਾ ਹੈ ਜਿਹੜਾ ਵੀ ਫਰਿਆਦ ਲੈ ਕੇ ਗਿਆ ਸਤਿਗੁਰੂ ਜੀ ਨੇ ਉਹਦੀ ਪੂਰੀ ਕੀਤੀ ਹੈ। ਅੱਜ ਲੱਖਾਂ ਲੋਕ ਜਿਹੜੇ ਨੇ ਉਹ ਗੁਰੂ ਦੇ ਦਰ ਤੋਂ ਕਿਸੇ ਵੀ ਭੇਟਾ ਜਾਂ ਕੋਈ ਵੀ ਉਸ ਤੋਂ ਰਹਿਤ ਜਿੰਨਾ ਮਨ ਚਾਹਿਆ ਪ੍ਰਸ਼ਾਦਾ ਛਕ ਸਕਦੇ ਨੇ। ਐਸੇ ਕਾਰਜ ਸਤਿਗੁਰੂ ਜੀ ਨੇ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ ਸ਼ੁਰੂ ਕੀਤੇ। ਗੁਰੂ ਪਾਤਸ਼ਾਹ ਜੀ ਨੇ ਜਿਹੜੀਆਂ ਮਰਿਆਦਾਵਾਂ ਕੁਛ ਬੰਨੀਆਂ ਨੇ, ਜਿਹੜੀਆਂ ਅੱਜ ਸਾਡੇ 'ਚ ਪ੍ਰਚਲਿਤ ਨੇ, ਜਿਵੇਂ ਆਨੰਦ ਕਾਰਜ ਦੀ ਮਰਿਆਦਾ ਮੁੱਖ ਜਿਹੜੀ ਹੈ, ਸੂਹੀ ਰਾਗ ਅੰਦਰ ਸਤਿਗੁਰੂ ਜੀ ਨੇ ਬਾਣੀ ਜਿਹੜੀ ਉਚਾਰਿਤ ਕੀਤੀ, ਜਿਹੜੀ ਅੱਜ ਲਾਵਾਂ ਦੇ ਰੂਪ ਦੇ ਵਿੱਚ ਅਸੀਂ ਹਰ ਸਿੱਖ ਨੂੰ ਇਹ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਹਰ ਸਿੱਖ ਜਿਹੜਾ ਆ ਆਪਣੇ ਆਨੰਦ ਕਾਰਜ ਵੇਲੇ ਇਹ ਬਾਣੀ ਪੜ੍ਹ ਕੇ ਸਤਿਗੁਰੂ ਜੀ ਦੀਆਂ ਪਰਿਕਰਮਾ ਕਰਕੇ ਫਿਰ ਆਨੰਦ ਕਾਰਜ ਹੋਣ। ਜਿਵੇਂ ਦਸਵੰਧ ਦੀ ਮਰਿਆਦਾ ਜਿਹੜੀ ਹੈ
ਇਹ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਕਿ ਹਰ ਕੀਰਤੀ ਸਿੱਖ ਜਿਹੜਾ ਆ ਉਹ ਦਸਵੰਧ ਕੱਢ ਕੇ ਗੁਰੂ ਘਰ ਵਿਖੇ ਦਏ। ਇੱਕ ਅਸੀਂ ਬਚਨ ਅਸੀਂ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਸਤਿਗੁਰ ਜੀ ਨੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ਸਾਰੇ ਸਿੱਖ ਜਿਹੜੇ ਨੇ ਉਹ ਸਤਿਗੁਰ ਜੀ ਦੀ ਬਾਣੀ ਦਾ ਜਾਪ ਕਰਨ। ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠਣ, ਫਿਰ ਬਾਣੀ ਦਾ ਜਾਪ ਕਰਨ, ਫਿਰ ਉਸ ਪ੍ਰਭੂ ਪਰਮਾਤਮਾ ਦੇ ਨਾਲ ਇਤਨਾ ਕੁ ਪ੍ਰੇਮ ਪਾਣ ਕਿ ਸਤਿਗੁਰ ਜੀ ਉਹਨਾਂ ਦਾ ਜਿਹੜਾ ਆਇਆ ਹੋਇਆ ਜਨਮ ਜਿਹੜਾ ਆ, ਜਿਹੜਾ ਇਸ ਧਰਤੀ 'ਤੇ ਜਿਹੜਾ ਸਾਨੂੰ ਜਨਮ ਮਿਲਿਆ, ਉਹ ਸਫਲਾ ਹੋ ਜਾਏ। ਕਿਉਂਕਿ ਬਾਣੀ ਹੀ ਐਸਾ ਮਾਰਗ ਹੈ ਜਿਹੜੇ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਸਕਦੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬੜਾ ਪਿਆਰਾ ਸ਼ਬਦ, ਆਓ ਤੁਹਾਨੂੰ ਸਰਵਣ ਕਰਵਾਉਂਦੇ ਹਾਂ। ਪ੍ਰੇਮ ਸਦੇਸਰਾ ਸੁਣ ਸਾਜਨ, ਸਤਿਗੁਰ ਜੀ ਦਾ ਗੌੜੀ ਰਾਗ ਦੇ ਵਿੱਚ ਉਚਾਰਿਆ ਹੋਇਆ ਸ਼ਬਦ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਆਓ ਸਰਵਣ ਕਰੋ ਜੀ। ਪ੍ਰੇਮ ਸੰਦੇਸਰਾ ਸੁਣ ਸਾਜਨ, ਪ੍ਰੇਮ ਸੰਦੇਸਰਾ ਸੁਣ ਸਾਜਨ, ਅੱਖੀ ਤਾਰ ਲਗਨ, ਅੱਖੀ ਤਾਰ ਲਗਨ, ਅੱਖੀ ਤਾਰ ਲਗਨ, ਅੱਖੀ ਤਾਰ ਲਗਨ, ਪ੍ਰੇਮ ਸੰਦੇਸਰਾ ਸੁਣ ਸਾਜਨ, ਪ੍ਰੇਮ ਸੰਦੇਸਰਾ ਸੁਣ ਸਾਜਨ। ਗੁਰ ਤੁਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸਵਨ, ਗੁਰ ਤੁਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸਵਨ, ਅੱਖੀ ਤਾਰ ਲਗਾ, ਅੱਖੀ ਤਾਰ ਲਗਾ, ਅੱਖੀ ਤਾਰ ਲਗਾ, ਅੱਖੀ ਤਾਰ ਲਗਨ, ਪ੍ਰੇਮ ਸੰਦੇਸਰਾ ਸੁਣ ਸਾਜਨ, ਪ੍ਰੇਮ ਸੰਦੇਸਰਾ ਸੁਣ ਸਾਜਨ, ਸੁਣ ਸਾਜਨ, ਸੁਣ ਸਾਜਨ। ਵਾਹਿਗੁਰੂ। ਸੋ ਸੰਗਤ ਜੀ, ਇਤਨੀ ਕੁ ਸੇਵਾ ਪ੍ਰਵਾਨ ਕਰਨਾ, ਗੁਰਬਾਣੀ ਪੜ੍ਹਦਿਆਂ, ਗੁਰ ਇਤਿਹਾਸ ਦੱਸਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਕਿਉਂਕਿ ਉਹ ਸਤਿਗੁਰ ਜੀ ਦਾ ਇਤਿਹਾਸ ਅਸੀਂ ਵਿਖਿਆਨ ਨਹੀਂ ਕਰ ਸਕਦੇ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ। ਉਹਨਾਂ ਦੀ ਉਪਮਾ ਜਿਹੜੀ ਹੈ ਉਹ ਅਸੀਂ ਜਿੰਨੀ ਵੀ ਕਰੀਏ ਉਨੀ ਥੋੜ੍ਹੀ ਹੈ। ਸੋ ਬੋਲਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਨੇ, ਬਖਸ਼ ਲੈਣਾ, ਕਿਉਂਕਿ ਅੱਖਰ ਵਾਧਾ ਘਾਟਾ ਬੋਲਿਆ ਜਾਂਦਾ ਹੈ। ਸੋ ਇਤਨੀ ਕੁ ਸੇਵਾ ਪ੍ਰਵਾਨ ਕਰਨਾ ਜੀ, ਭੁੱਲਾਂ ਨਾ ਚਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀਂ ਤਾਰ ਲਗਨ। ਬੜਾ ਹੀ ਸੁੰਦਰ ਆਪ ਜੀ ਨੇ ਇਹ ਗਾਇਨ ਕੀਤਾ ਹੈ। ਸੋ ਭਾਈ ਸਾਹਿਬ ਜੀ, ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਸਟੂਡੀਓ ਵਿੱਚ ਇਸ ਪਵਿੱਤਰ ਦਿਹਾੜੇ 'ਤੇ ਆਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਉਮੀਦ ਹੈ ਆਪ ਜੀ ਅੱਗੇ ਤੋਂ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਨੂੰ ਇਸੇ ਤਰ੍ਹਾਂ ਸਮਾਂ ਬਖਸ਼ਿਸ਼ ਕਰਕੇ ਨਿਵਾਜਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਹ ਸਨ ਪੰਥ ਪ੍ਰਸਿੱਧ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ, ਹਜੂਰੀ ਰਾਗੀ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਜਿਨ੍ਹਾਂ ਨੇ ਧੰਨ ਧੰਨ
ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਮੁੱਖ ਰੱਖ ਕੇ ਉਹਨਾਂ ਦੇ ਜੀਵਨ ਇਤਿਹਾਸ ਨੂੰ ਜਿੱਥੇ ਸਾਡੇ ਨਾਲ ਸਾਂਝਾ ਕੀਤਾ ਹੈ, ਉੱਥੇ ਇਲਾਹੀ ਬਾਣੀ ਦੇ ਕੀਰਤਨ ਨੂੰ ਗਾਇਨ ਕਰਕੇ ਸਾਨੂੰ ਸਭਨਾਂ ਨੂੰ ਨਿਹਾਲ ਕੀਤਾ ਹੈ। ਆਸ ਕਰਦਾ ਹਾਂ ਕਿ ਆਪ ਸਮੂਹ ਸੰਗਤ ਨੇ ਬੜਾ ਆਨੰਦ ਮਾਣਿਆ ਹੋਵੇਗਾ। ਹੁਣ ਮੈਨੂੰ ਜਸਵੀਰ ਸਿੰਘ ਵੇਰਕਾ ਨੂੰ ਦਿਓ ਆਗਿਆ, ਮੁੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗਾ ਇੱਕ ਨਵੇਂ ਗੁਰ ਇਤਿਹਾਸ ਦੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਉਹਨਾਂ ਚਿਰ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਬਾਬੇ ਤਾਰਿਆ, ਕਲਯੁਗ ਬਾਬੇ ਤਾਰਿਆ, ਕਲਯੁਗ ਬਾਬੇ ਤਾਰਿਆ।